ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਨੌਦ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਹਰ ਰੋਜ਼ ਵਾਂਗ ਅੱਜ ਦਾ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਗੁਰੂ ਸ਼ਬਦ ਗੁਰੂ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਾਂ ਜੋ ਸਹਿਜ ਪਾਠ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਆਰੰਭ ਕੀਤਾ ਹੋਇਆ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਦਇਆ ਸਦਕਾ ਸਤਿਗੁਰਾਂ ਨੇ ਕਿਰਪਾ ਕਰਕੇ ਸਤਿਗੁਰਾਂ ਨੇ ਤਰੁੱਠ ਕੇ ਕੱਲ੍ਹ ਤੱਕ 463 ਅੰਗ ਤੱਕ ਪਾਠ ਕਰਵਾਇਆ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਨ ਅੱਜ ਇਸ ਤੋਂ ਅੱਗੇ ਪਾਠ ਕਰਨ ਦੀ ਸੇਵਾ ਆਪ ਹੀ ਕਰਵਾ ਲੈਣ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਧ ਸੰਗਤ ਆਪ ਜੀ ਕਿਰਪਾ ਕਰੋਗੇ ਤੇ ਦਾਸਰੇ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖੋਗੇ। ਸੋ ਕਰੋ ਜੀ ਕਿਰਪਾ, ਦਾਸਰੇ ਦੇ ਸਿਰ 'ਤੇ ਰੱਖੋ ਮੇਰ ਭਰਿਆ ਹੱਥ। ਸਾਰੀ ਸੰਗਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੋ ਜੀ ਕਿਰਪਾ ਤੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ। ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ। ਆਸਾ ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣਿਐ, ਕੁਦਰਤ ਭਉ ਸੁਖ ਸਾਰ। ਕੁਦਰਤ ਪਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਛੇ ਪਾਤਸ਼ਾਹ ਕਹਿਣ ਲੱਗੇ ਕਿ ਹੇ ਪ੍ਰਭੂ, ਜੋ ਕੁਝ ਦਿਸ ਰਿਹਾ ਹੈ ਤੇ ਜੋ ਕੁਝ ਸੁਣੀ ਜਾ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ। ਇਹ ਭਉ ਜੋ ਸੁੱਖਾਂ ਦਾ ਮੂਲ ਹੈ, ਇਹ ਵੀ ਤੇਰੀ ਕੁਦਰਤ ਹੈ। ਸਤਿਗੁਰੂ ਕਹਿਣ ਲੱਗੇ ਕਿ ਪਤਾਲਾਂ ਤੇ ਆਕਾਸ਼ਾਂ ਵਿੱਚ ਸਾਰੇ ਜਗਤ ਵਿੱਚ ਤੇਰੀ ਹੀ ਕੁਦਰਤ ਹੈ। ਇਹ ਸਾਰਾ ਆਕਾਰ ਭਾਵ ਇਹ ਸਾਰਾ ਜਗਤ ਜੋ ਦਿਸ ਰਿਹਾ ਹੈ, ਇਹ ਤੇਰੀ ਹੀ ਅਚਰਜ ਖੇਡ ਹੈ। ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਸਾਰੀਆਂ ਕਿਤਾਬਾਂ, ਸਭ ਕੁਝ ਖਾਣਾ ਪੀਣਾ, ਇਹ ਸਾਰੀਆਂ ਵਿਚਾਰਾਂ, ਮੁਸਲਮਾਨ ਧਰਮ ਤੇ ਈਸਾਈ ਧਰਮ ਦੀਆਂ ਕਿਤਾਬਾਂ, ਸਾਰੀ ਵਿਚਾਰ ਸਤਾ ਵੇਦ ਪੁਰਾਣ, ਹੋਰ ਵੀ ਜੋ ਵੀ ਈਸਾਈ ਸਾਰੀ ਵਿਚਾਰ ਹੈ ਨਾ, ਸਭ ਤੇਰੀ ਹੀ ਸਤਾ ਤੇਰੀ ਹੀ ਹੈ, ਕਲਾ ਤੇਰੀ ਹੀ ਹੈ। ਜੀਵਾਂ ਦਾ ਖਾਣ ਪੀਣ ਪਹਿਨਣ ਦਾ ਵਿਹਾਰ ਤੇ ਜਗਤ ਵਿੱਚ ਸਾਰਾ ਪਿਆਰ ਦਾ ਜਜ਼ਬਾ, ਇਹ ਸਭ ਤੇਰੀ ਹੀ ਕੁਦਰਤ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਣੇ ਬਮਾਨ। ਜਗਤ ਦੇ ਜੀਵਾਂ ਵਿੱਚ, ਜਾਤਾਂ ਵਿੱਚ, ਜਿਣਸਾਂ ਵਿੱਚ, ਰੰਗਾਂ ਵਿੱਚ ਸਭ ਤੇਰੀ ਹੀ ਕੁਦਰਤ ਵਰਤ ਰਹੀ ਹੈ। ਜਗਤ ਵਿੱਚ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਕਾਰ ਹਨ, ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ,
किते हंकार प्रधान है। ये सब तेरा ही अचरज कौतक है। कुदरत पाउण पानी बसंतर, कुदरत धरती काक, सब तेरी कुदरत तू कादर करता, पाकी नाई पाक। पाउण पानी अग धरती दी खाक आदਿਕ तत, ये सारे तेरा ही तमाशा हैं। हे प्रभु सब तेरी कला वरत रही है। तू कुदरत का मालक है, तू ही इस खेल का रचनहार है। तेरी वड्याई सुची तो सुची है, तू आप पवित्र हस्ती वाला है। नानक हुक्मे अंदर वेखे, वरते ताको ताक। गुरु नानक साहब कहन लगे कि हे प्रभु ये सारी कुदरत नूं अपने हुक्म च रख के तू सब की संभाल कर रहा है, तो सब थाई अकला आप ही आप मौजूद हैं। पौड़ी आप ही ने भोग भोग के, होए पसमड़ पौ सदाया। बड़ा होआ दुनीदार, गल संगल कत चलाया। कहते भी रब ने आप ही जीव रूप होके ना पदार्थों के रंग माने, आप ही जीव रूप होके पदार्थों के रंग मानता है। ये भी उसकी अचरज कुदरत है। शरीर मिट्टी की ढेरी हो जाता है, तो आखिर जीव आत्मा रूपी भौर जिहड़ा है शरीर नूं छड्ड के तुर पैंदा है। ये जिहड़ा दुनियादार है ना, इस तरह दुनिया के धंधियां विच फसिया होया जीव जदों मरदा है तो इसके गल विच संगल पा के अगे ला लिया जाता है। भाव माया विच वेढ़िया होया जीव जगत नूं छड्डना नहीं चाहुंदा, ते हंस जिहड़ा ये तुर पैंदा है। अगे करनी कीरत, वाचिए बोलेखा कर समझाया। थाए ना होवे पौधी, हुण सुनिए क्या रवाया। कहन लगे कि अगे जाके न परलोक विच भाव धर्मराज के दरबार विच रब की सिफत सलाह रूप कमाई ही कबूल पैंदी है। उथे जीव के कीते कर्मां का हिसाब चंगी तरह इसनूं दस दिता जाता है, समझा दिता जाता है। फिर ये जिहड़े माया के भोगां विच ही फसे रहने के कारण उत्थे इसनूं मार पैंदी है, तो जदों उत्थे नूं मार पैंदी तो मार पैंदे नूं किते ढोई नहीं मिलती। उस वेले इसकी कोई भी कूक पुकार सुनी नहीं जाती। मन अंधे जन्म गवाया, मन अंधे जन्म गवाया। मूर्ख मन वाला जीव अपना मनुखा जन्म अजाई गवा लेंदा है। सलोक महला पहला, सलोक महला पहला। पै विच पवन वै सदवाओ, पै विच चलै लख दरियाओ। जिहड़ी हवा वगदी है ना, ये सदा रब के डर विच ही चल रही है। तो जिहड़े लखां दरिया भी चलते हैं, ये भी रब के डर विच ही वग रहे हैं। पै विच अगन कढे बेगार, पै विच धरती दबी पार। अग जो सेवा कर रही है ये भी रब के भै विच ही है। सारी धरती रब के डर के कारण ही भार हेठ नपी हुई है। पै विच इंद फिरे सिर पार, पै विच राजा धर्म दवार। रब के भै विच इंद्र राजा सिर दे भार फिर रहा है। भाव मेघ उसकी रजा विच ही उड़ रहे हैं। धर्मराज का दरबार भी रब के डर विच ही है। पै विच सूरज पै विच चंद, को करोड़ी चलत नयंत। सूरज भी ते चंद्रमा भी रब के हुक्म विच हन। करोड़ा को चलदियां दे पैंडे मुड़क नहीं आउंदे। पै विच सिद्ध बुद्ध सुरनाथ, पै विच डाणे कास। ये जिहड़े
सिद्ध हैं, इन्हां दी महिमा बड़ी है। इन्हां ने 8 सिद्धियां नूं प्राप्त कर लिया। जिन्हां ने प्राप्त किया हुंदा ना 8 सिद्धियां नूं, इन्हां नूं सिद्ध कहंदे हन। पुगे होए जोगी, जो ज्ञानवान, जो जगत के माइक बंधनों तो मुक्त हैं, ये सारे जिहड़े सिद्ध बुद्ध देवते ते नाथ सारे रब के भय विच हन। इस उपर तने हुए आकाश जो दिसते हैं वह भी भय विच है। भय विच जोध महाबल सूर, भय विच आवे जावे पूर। बड़े बड़े बल वाले योधे ते सूरमे सब रब के डर विच हन। जीव जो इस संसार सागर विच जिंदगी रूप बेड़ी विच बैठे हुए हैं, पूरा दे पूर जीव जो जगत विच जमदे ते मरदे हैं, सब भय विच ही हैं। सगल आपो लिखिया सिरलेख, नानक निरंभो निरंकार सच एक। सारे जीवां दे मत्थे ते भाव रूप लेख लिखा होया है। भाव प्रभु दे निजम ही ऐसे हैं कि सारे उसके डर विच ही हैं। गुरु नानक साहब कहन लगे भी केवल एक सच्चा निरंकार ही है, एक रब ही है जो भय तो रहत है। आसा महला पहला, नानक निरभौ निरंकार, होर केते राम रवाल। केत्या कन कहानियां, केते वेद विचार। गुरु नानक साहब कहन लगे कि हे मनुख, एक निरंकार ही है जो भय रहत है। अवतारी राम जी वर्गे कई होर उस निरंकार दे सामने तो शानू। उस निरंकार दे ज्ञान दे टाकरे ते कृष्ण जी दियां कई साखियां ते वेदां दे कई विचार भी तो शानू। केते नचे मंगते गेड़ा मूड़ पूरे ताल। बाजारी बाजार में आए कड़े बाजार। उस निरंकार का ज्ञान प्राप्त करने लई कई मनुख मंगते बन के नचते हैं, कई तरह तरह के ताल पूरते हैं। कई जिहड़े वो रास धारीए रासां पाउंदे ने, बाजार विच आके रासां पाउंदे ने। गावे राजे राणियां, बोले आल पुताल। लख टकिया के मुंदरे, लख टकिया के हार। राजे ते राणियां दे स्वरूप बना के गाउंदे हन ते मूँह कई ढंगां दे बचन बोलते ने। ਲੱਖਾਂ रुपयों के भाव कीमती वाले ते हार पाए हुंदे हन। जित तन पाइए नानका, से तन होवे चार। जिस तन विच जिस शरीर उत्ते ये पाए जाते हैं, गुरु नानक साहब कहते हैं कि वो बेचारे ये नहीं जानते कि ये वाले तो हार तो जिस जिस शरीर उत्ते पाईदे हैं, वो शरीर अंत नूं स्वाह हो जाते हैं। इस गाउन नचन नाल इन्हां वालियां ते हारां ते पहनण नाल ज्ञान किवें मिल सकता है। ज्ञान न गली टूंडिए, कथना करड़ा सार। कर्म मिले ता पाइए, होर हिकमत हुक्म खवार। ज्ञान जिहड़ियां गल्लां नाल नहीं भालिया जा सकता। ज्ञान किवें मिल सकता है, इस गल का ज्ञान करना इउं करड़ा है जिवें लोहा भाव बहुत औखा है। हाँ, रब की मेहर नाल मिल जाए तो मिल पैंदा है। मेहर तो बिना कोई होर चारा जोई ते हुक्म वरतना व्यर्थ है। पौड़ी नदर करे जे अपनी, ता नदरी सतगुर पाया। एहो जियो बहुते जन्म परमिया, ता सतगुर शब्द सुनाया। हे परमात्मा जी, तू जीवां उत्ते मेहर की नज़र करें तो उसनूं तेरी कृपा दृष्टि नाल सतगुरु मिल पैंदा है। वाहिगुरू जी जिहड़े जीवां ते
ਜਦੋਂ ਬਹੁਤੇ ਜਨਮ ਜੀਵ ਭਟਕ ਚੁੱਕਿਆ ਤੇ ਤੇਰੀ ਮਿਹਰ ਦੀ ਨਜ਼ਰ ਹੋਈ ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ। ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲਿਆ ਸਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਇਹ ਸਾਰੇ ਲੋਕੋ ਧਿਆਨ ਦੇ ਕੇ ਸੁਣੋ, ਸਤਿਗੁਰ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ। ਜੇ ਸਤਿਗੁਰ ਮਿਲ ਪਏ, ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰ ਆਪਾ ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ। ਜਿਨ ਸੱਚੋ ਸੱਚ ਬੁਝਾਇਆ, ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ, ਭਾਵ ਜੋ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਰਾਜ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਸਤਿਗੁਰੂ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦਿੰਦਾ ਹੈ। ਸ਼ਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ, ਪਹਿਰ ਕਾਨ ਗੋਪਾਲ। ਘੜੀਆਂ ਜਿਹੜਾ ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਇਹ ਘੱਟ ਤੋਂ ਘੜਾ ਪੰਜਾਬੀ ਸ਼ਬਦ ਹੈ। ਜਿਵੇਂ ਸੰਸਕ੍ਰਿਤ ਕਟਕ ਤੋਂ ਘੜਾ ਪੰਜਾਬੀ ਹੈ, ਤਿਵੇਂ ਸੰਸਕ੍ਰਿਤ ਕਟਕਾ ਤੋਂ ਪੰਜਾਬੀ ਵਿੱਚ ਘੜੀ ਹੈ। ਘੜੀ ਸਮੇਂ ਦੀ ਇੱਕ ਵੰਡ ਦਾ ਨਾਂ ਹੈ ਜੋ ਮਿੰਟਾਂ ਦੇ ਬਰਾਬਰ ਹੁੰਦੀ ਹੈ। ਗੋਪੀ ਗਾਈ ਦੀ ਰੱਖਿਆ ਕਰਨ ਵਾਲੀ ਗੁਜਰਾਣੀ ਹੈ। ਇਹ ਸ਼ਬਦ ਗੋਪੀ ਖਾਸ ਤੌਰ 'ਤੇ ਬਿੰਦਰਾਪਨ ਦੀਆਂ ਗੁਜਰਾਣੀਆਂ ਲਈ ਉਹਨਾਂ ਵਾਸਤੇ ਵਰਤਿਆ ਜਾਂਦਾ ਹੈ ਜੋ ਕ੍ਰਿਸ਼ਨ ਜੀ ਦੇ ਗੋਕੁਲ ਰਹਿਣ ਦੇ ਸਮੇਂ ਉਹਨਾਂ ਨਾਲ ਖੇਡਿਆ ਕਰਦੀਆਂ ਸਨ। ਕ੍ਰਿਸ਼ਨ ਜੀ ਦਾ ਜਨਮ ਤੇ ਮਥੁਰਾ ਵਿੱਚ ਹੋਇਆ ਸੀ, ਜੋ ਹਿੰਦੂ ਮਤ ਅਨੁਸਾਰ ਭਾਰਤ ਦੀ ਸਭ ਤੋਂ ਵਧੀਕ 7 ਪਵਿੱਤਰ ਨਗਰੀਆਂ ਵਿੱਚੋਂ ਇੱਕ ਹੈ। ਉਹ 7 ਨਗਰੀਆਂ ਇਹ ਹਨ: ਅਯੁੱਧਿਆ, ਮਥੁਰਾ, ਮਾਇਆ, ਕਾਂਚੀ, ਅਵਤਕਾ ਅਤੇ ਪੁਰੀ। ਪਹਿਰ ਜਿਹੜੇ ਸਾਰੇ ਦਿਨਾਂ ਦਾ 8ਵਾਂ ਹਿੱਸਾ, ਜੋ 3 ਘੰਟਿਆਂ ਦਾ ਪਹਿਰ ਹੁੰਦਾ ਹੈ। ਸੰਸਕ੍ਰਿਤ ਸ਼ਬਦ ਕ੍ਰਿਸ਼ਨ ਦਾ ਪ੍ਰਕ੍ਰਿਤ ਰੂਪ ਗੋਪਾਲ ਕ੍ਰਿਸ਼ਨ ਦਾ ਨਾਮ ਹੈ। ਘੜੀਆਂ ਮਾਨੋ ਗੋਪੀਆਂ ਹਨ, ਦਿਨ ਦੇ ਸਾਰੇ ਪਹਿਰ ਮਾਨੋ ਕਾਨ ਹਨ। ਗਹਿਣੇ ਪਾਉਣ ਪਾਣੀ ਬਸੰਤਰ, ਚੰਦ ਸੂਰਜ ਅਵਤਾਰ। ਪਾਉਣ ਪਾਣੀ ਤੇ ਅੱਗ ਮਾਨੋ ਗਹਿਣੇ ਹਨ ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ। ਰਾਸਾਂ ਵਿੱਚ ਰਾਸਧਾਰੀ ਅਵਤਾਰਾਂ ਦਾ ਸੰਗ ਬਣਾ ਕੇ ਗਾਉਂਦੇ ਹਨ। ਕੁਦਰਤ ਦੀ ਰਾਸ ਵਿੱਚ ਚੰਦਰਮਾ ਤੇ ਸੂਰਜ ਮਾਣ 2 ਅਵਤਾਰ ਹਨ। ਸਗਲੀ ਧਰਤੀ ਮਾਲ ਤਨ, ਵਰਤਣ ਸਰਬ ਜੰਜਾਲ। ਸਾਰੀ ਧਰਤੀ ਰਾਸ ਪਾਉਣ ਲਈ ਮਾਲ ਧਨ ਹੈ ਤੇ ਜਗਤ ਦੇ ਧੰਦੇ ਰਾਸ ਦਾ ਵਰਤਣ ਬਲੇਵਾ ਹਨ। ਨਾਨਕ ਮੂਸੇ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਮਾਇਆ ਦੇ ਸਰਾਜ ਵਿੱਚ ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ। ਇਸ ਨੂੰ ਜਮ ਕਾਲ ਖਾਈ ਜਾ ਰਿਹਾ ਹੈ। ਮਹਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ। ਚੇਲੇ ਜਿਹੜੇ ਉਹ ਸਾਜ਼ ਵਜਾਉਂਦੇ ਹਨ ਤੇ ਚੇਲਿਆਂ ਦੇ ਗੁਰੂ ਨੱਚਦੇ ਹਨ। ਨਾਚ ਵੇਲੇ ਉਹ ਗੁਰੂ ਪੈਰਾਂ ਨੂੰ ਹਿਲਾਉਂਦੇ ਹਨ ਤੇ ਸਿਰ ਫੇਰਦੇ ਹਨ। ਉੱਡੇ ਉੱਡੇ ਰਾਵਾਂ ਚਾਟੇ ਪਾਏ, ਵੇਖ ਲੋਕ ਹੱਸੇ ਕਰ ਜਾਏ। ਉਹਨਾਂ ਦੇ ਪੈਰਾਂ ਨਾਲ ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ 'ਚ ਪੈਂਦਾ ਹੈ। ਅਤੇ ਇਹ ਰਾਸ ਵੇਖਣ ਵਾਲੇ ਲੋਕ ਜਿਹੜੇ ਆਏ ਹਨ, ਉਹਨਾਂ ਨੂੰ ਨੱਚਦਿਆਂ ਵੇਖਦੇ ਹਨ ਅਤੇ ਹੱਸਦੇ ਹਨ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ ਨਾਲ। ਪਰ ਇਹ ਜਿਹੜੇ ਰਾਸਧਾਰੀ ਹਨ, ਰੋਟੀ ਦੀ ਖਾਤਰ ਨੱਚਦੇ ਹਨ ਅਤੇ ਆਪਣੇ ਆਪ ਨੂੰ ਭੂਏ 'ਤੇ ਮਾਰਦੇ ਹਨ।
ਆਪਣੇ ਆਪ ਨੂੰ ਪਛਾੜਦੇ ਹਨ ਤੇ ਮਰਦੇ ਹਨ। ਗਾਵਣ ਗੋਪੀਆਂ ਗਾਵਣ ਕਾਣ, ਗਾਵਣ ਸੀਤਾ ਰਾਜੇ ਰਾਮ। ਗੋਪੀਆਂ ਦੇ ਸਾਂਗ ਬਣ ਕੇ ਗਾਉਂਦੇ ਹਨ, ਕਾਨ ਦੇ ਸੰਗ ਬਣ ਕੇ ਗਾਉਂਦੇ ਹਨ। ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਵਾਂਗ ਬਣ ਕੇ ਵੀ ਗਾਉਂਦੇ ਹਨ। ਨਿਰਭਉ ਨਿਰੰਕਾਰ ਸਚਨਾਮ, ਜਾਂ ਕਾ ਕੀਆ ਸਗਲ ਜਹਾਨ। ਜਿਹੜਾ ਪ੍ਰਭੂ ਨਿਡਰ ਹੈ, ਆਕਾਰ ਰਹਿਤ ਹੈ, ਜਿਸ ਦਾ ਨਾਮ ਸਦਾ ਅਟਲ ਹੈ, ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ। ਸੇਵਕ ਸੇਵਾ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ। ਉਸ ਨੂੰ ਕੇਵਲ ਉਹੀ ਸੇਵਕ ਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਰੱਬ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਇੱਛਾ ਹੈ। ਉਹਨਾਂ ਸੇਵਕਾਂ ਦੀ ਜ਼ਿੰਦਗੀ ਰੂਪ ਰਾਤ ਸਵਾਦਲੀ ਜਾਪਦੀ ਹੈ, ਰਾਤ ਸਵਾਦਲੀ ਗੁਜ਼ਰਦੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ, ਗੁਰੂ ਦੇ ਵਿਚਾਰ ਦੇ ਰਾਹੀਂ ਸਿੱਖਿਆ ਪ੍ਰਾਪਤ ਕਰ ਲਈ ਹੈ। ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ। ਕੋਲੂ ਚਰਖਾ ਚੱਕੀ ਚੱਕ, ਥਲ ਬਰੋਲੇ ਬਹੁਤ ਅਨੰਤ। ਨੱਚਣ ਤੇ ਫੇਰੀਆਂ ਲਾਉਣ ਨਾਲ ਜੀਵਨ ਦਾ ਆਧਾਰ ਨਹੀਂ ਹੋ ਸਕਦਾ। ਪਦਾਰਥ, ਬੇਅੰਤ ਪਦਾਰਥ ਤੇ ਜੀਵ ਸਦਾ ਪਾਉਂਦੇ ਰਹਿੰਦੇ ਹਨ। ਜਿਵੇਂ ਕੋਲੂ ਚਰਖਾ ਚੱਕੀ ਚੱਕ, ਇਹ ਜਿਹੜੇ ਲਾਟੂ ਮਧਾਣੀਆਂ ਅਨੁਸਾਰ ਥਲਾਂ ਦੇ ਬੇਅੰਤ ਵਿੱਚ ਬਰੋਲੇ ਜਿਹੜੇ ਹਨ, ਇਹ ਅੰਨ ਗਾਉਣ ਵਾਲੇ ਫੜੇ ਲਾਟੂ ਮਧਾਣੀਆਂ ਫੁੱਲੇ। ਪੰਖੀ ਪਾਉਂਦੀਆਂ ਲੈਣ ਮਸਾ, ਜਿਹੜੀਆਂ ਪੰਛੀ ਭਬੀਰੀਆਂ ਜੋ ਇੱਕ ਸਾਏ ਉੜਦੀਆਂ ਫਿਰਦੀਆਂ ਹਨ, ਉਹ ਸਭ ਪਾਉਂਦੇ ਰਹਿੰਦੇ ਹਨ। ਸੂਏ ਝਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਯੰਤ। ਸੂਲ ਤੇ ਚੜ੍ਹ ਕੇ ਕਈ ਜੰਤ ਪਵਾਈਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਭਾਉਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ। ਬੰਧਨ ਬੰਦ ਪਵਾਏ ਸੋਏ, ਪਈਆ ਕੀਰਤਨ ਚ ਸਭ ਕੋਏ। ਇਸ ਤਰ੍ਹਾਂ ਉਹ ਪ੍ਰਭੂ ਜੀਵਾਂ ਨੂੰ ਮਾਇਆ ਦੀ ਜੰਜੀਰਾਂ ਵਿੱਚ ਜਕੜ ਕੇ ਭਾਉਂਦਾ ਹੈ। ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ। ਨੱਚ ਨੱਚ ਹੱਸੇ ਚਲੇ ਸਰੋਏ, ਉੱਡੇ ਨਾ ਜਾਈ ਸਿੱਧ ਨਾ ਹੋਏ। ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ ਅੰਤ ਨੂੰ ਰੋ ਕੇ ਇੱਥੋਂ ਤੁਰਦੇ ਹਨ, ਕਿਉਂਕਿ ਉਹ ਨੱਚਣ ਟੱਪਣ ਦੇ ਨਾਲ ਕਿਸੇ ਉੱਚੀ ਅਵਸਥਾ 'ਤੇ ਨਹੀਂ ਅੱਪੜ ਜਾਂਦੇ ਅਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ। ਨਾਨਕ ਨਾ ਹੀ ਉਹ ਸਿੱਧ ਬਣ ਜਾਂਦੇ ਹਨ। ਨੱਚਣਾ ਕੁੱਦਣਾ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ। ਨੱਚਣਾ ਕੁੱਦਣਾ ਕੇਵਲ ਮਨ ਦਾ ਸ਼ੌਂਕ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਹੇ ਮਨੁੱਖ, ਪ੍ਰੇਮ ਕੇਵਲ ਉਹਨਾਂ ਦੇ ਮਨ ਵਿੱਚ ਹੀ ਹੈ ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਡਰ ਹੈ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਉ ਲਈਐ ਨਰਕ ਨਾ ਜਾਈਐ। ਜੀਉ ਪਿੰਡ ਸਭ ਤਿਸ ਦਾ, ਦੇਖਾ ਜੇ ਆਪ ਗਵਾਈਐ। ਹੇ ਵਾਹਿਗੁਰੂ, ਹੇ ਪ੍ਰਮਾਤਮਾ, ਤੇਰਾ ਨਾਮ ਨਿਰੰਕਾਰ ਹੈ। ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿੱਚ ਨਹੀਂ ਪੈਂਦਾ। ਇਹ ਜਿੰਦ ਅਤੇ ਸਰੀਰ ਮੁੜ ਸਭ ਕੁਝ ਪ੍ਰਭੂ ਦਾ ਹੀ ਹੈ। ਉਹੀ ਜੀਵਨ ਨੂੰ ਖਾਣ ਵਾਸਤੇ ਭੋਜਨ ਦਿੰਦਾ ਹੈ, ਕਿਤਨਾ ਕੁ ਦਿੰਦਾ ਹੈ, ਇਹ ਅੰਦਾਜ਼ਾ ਲਾਉਣਾ ਇੱਕ ਵਿਅਰਥ ਯਤਨ ਹੈ। ਜੇ ਲੋੜੇ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਐ।
जे जरवाना पर हरे जर वेश करेंदी आई है। फिर जीव जे तू अपनी भलाई लोड़दा है तो चंगा काम करके भी अपने आप नूं नीवां आखदा है। जेकर तू जीवा बुढ़ेपे नूं परे हटाउणा चाहुंदा है, भाव बुढ़ेपे तो बचना चाहुंदा है, तो ये जतन फजूल है। बुढ़ेपा वेश धार के आ जाता है। कोरा न परिए पाइए, जदों सवास पूरे हो जाते हैं तो कोई जीव इत्थे नहीं रह सकता। सलोक महला पहला, मुसलमाना सिफत शरीयत पढ़ पढ़ करे विचार। बंदे से जो पवे विच बंदी वेखुण कोददार। मुसलमानों नूं शहरे की वड्याई सब तो वधीक चंगी लगती है। वो शहरे नूं पढ़ पढ़ के विचार करते हैं कि रब का दीदार देखने लई जो मनुख शहरे की बंदिश विच पैंदे हन उही रब दे बंदे हन। हिंदू सलाई सलाहम दर्शन रूप अपार। तीर्थ नामन अर्चा पूजा अगर वास बहकार। हिंदू शास्त्रां द्वारा ही सलाउण योग सुंदर ते बेअंत हरि नूं सलाउंदे हन। तीर्थां उत्ते आदर सत्कार, तीर्थां ते नहाउंदे हन, मूर्तियां अगे भेटा धरदे हन ते चंदन आदि दे सुगंधी वाले पदार्थ वरतदे हन। जोगी सुन त्यावण जेते अलख नाम करतार। जोगी लोग समाधि ला के करतार नूं ध्याउंदे हन अते अलख इसदा नाम उचारदे हन। सुखम मूर्त नाम निरंजन काया कायकार। सतिया मन संतोख उपजै देने के विचार। उन्हां दे मत अनुसार जिसका वो समाधि विच ध्यान धरदे हन वो सुखम स्वरूप वाला है। उस उत्ते माया का प्रभाव नहीं पै सकता तो वह सारा जगत रूप आकार उसे दे ही माया शरीर का है। जिस जिहड़े मनुख दानी हैं उन्हां दे मन में खुशी पैदा होंदी है जदों वो किसी लोड़वंद नूं कुछ देण दी विचार करते हैं। दे दे मंगे सैसा गुणा शोभ करे संसार। अपने दिते हुए नालों हज़ारा गुणा वधीक पर लोड़वंद नूं दे दे के अंदरों अंदर करतार पासों उस तो हज़ारा गुणा वधीक मंगते हैं ते बाहर जगत उन्हां दे दान की वड्याई करता है। चोरा जारा ते कुड़ियारा खारा बावे चा बेकार। दूजे पासे जगत दे विच बेअंत चोर पारेसरी गामी झूठे भैड़े ते बकारी भी हैं। एक होंदा खाए चलै ऐदां तना पिकाई कार। जे बकार कर करके पिछली कीती कमाई नूं मुका के इथों खाली हथ तुर पैंदे हन पर एक करतार दे रंग हैं उन्हां नूं भी उसने ही कोई इहो जी कार सौंपी हुई है। जल थल जियां पूरियां लोहा अकारा अकार। जल विच रहण वाले जीव, ब्रह्मंडां ते रहण वाले जीव, धरती ते वसण वाले जीव, बेअंत पुरियां ते ब्राह्मणां दे जीव। ओए ज आखे सो तू है जाने ते ना पी तेरी सार। वो सारे जो कुछ आखदे हैं सब कुछ हे करतार तू जानदा है, उन्हां नूं तेरा ही आसरा है। नानक भगता पुख सलाइन सच नाम उदार। गुरु नानक साहब कहन लगे कि भगत जनां नूं केवल वाहिगुरू की सिर्फ सलाह करन दी तांग लगी हुई है।
ਹਰੀ ਦਾ ਸਦਾ ਅਟਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ। ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਉਹ ਸਦਾ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਨ ਅਤੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ। ਗੁਰੂ ਸਵਾਰੇ ਖਾਲਸਾ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਦੀ ਵਾਰ ਦੇ ਵਿੱਚ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਕਿ ਹੇ ਮਨੁੱਖ, ਤੂੰ ਜੋ ਕੁਝ ਕਰ ਰਿਹਾ ਹੈ ਸਭ ਕੁਝ ਉਸ ਦੇ ਹੁਕਮ ਵਿੱਚ ਕਰ ਰਿਹਾ ਹੈ। ਜੋ ਵੀ ਕੁਝ ਹੋ ਰਿਹਾ ਹੈ ਸਭ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਸੋ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਅੱਜ ਇਸ ਦਿਨ ਕੁ ਸੇਵਾ ਪ੍ਰਵਾਨ ਕਰ ਲੈਣਾ। ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਹੁਣ ਭੁੱਲ ਚੁੱਕ ਦੀ ਅਰਦਾਸ ਕਰਕੇ ਦਾਸ ਖਿਮਾ ਦਾ ਜਾਚਕ ਹੋਵੇਗਾ ਜੀ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਾਂ ਦੇ ਓਟ ਸਤਿਗੁਰੂ, ਧੰਨ ਧੰਨ ਨਿਰੰਕਾਰ ਸੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਇਆਂ, ਪਾਠ ਕਰਦਿਆਂ ਹੋਇਆਂ ਦਾਸ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ। ਭੁੱਲਣਹਾਰ ਬੱਚਾ ਸਮਝ ਕੇ ਮਾਫ਼ ਕਰ ਦੇਣਾ। ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ਿਸ਼ ਕਰਨੀ। ਆਦੀਆਂ ਵਿਆਦੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਆਪਣੇ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ। ਸਹੀ ਪਿਆਰੇ ਗੁਰਮੁਖ ਆਦਮੀ ਮਿਲਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ, ਅਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ਰੂਰ ਲਿਖਣਾ ਜੀ। ਹੁਣ ਭੁੱਲਾਂ ਚੁੱਕਾਂ ਦੀ ਮਾफ़ੀ ਕਿਰਪਾ ਕਰਕੇ ਬਖਸ਼ ਦੇਣਾ ਜੀ। ਜਿਨ੍ਹਾਂ ਨੇ ਦਾਸਰੇ ਦੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਉਚਾਰ ਸਬਸਕ੍ਰਾਈਬ ਕਰ ਲੈਣਾ ਜੀ। ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।